ਹੈਲੋ ਸਟੂਡੈਂਟਸ, ਅੱਜ ਆ ਗਏ ਜੀ ਆਪਾਂ ਤੁਹਾਡੇ ਕੋਲ ਜਿਹੜਾ ਹੈਗਾ ਏ ਸੀਰੀਜ਼ ਨੰਬਰ 6 ਦੇ ਉੱਤੇ ਤੁਹਾਡੇ ਕੋਲ। ਠੀਕ ਹੈ ਜੀ। ਸੋ ਜਿਹੜਾ ਹੈਗਾ ਏ ਤੁਹਾਡੇ ਕੋਲ ਅੱਜ ਤੁਹਾਡੀ ਸਾਇੰਸ ਖਤਮ ਹੋ ਜਾਣੀ ਹੈ। ਠੀਕ ਹੈ ਜੀ। ਸੋ ਅੱਜ ਆਪਾਂ ਨੇ 8th ਚੱਕ ਦੇਣੀ ਹੈ ਤੁਹਾਡੇ ਕੋਲ। ਹੁਣ ਪਤਾ 10th ਸ਼ੁਰੂ ਹੋਊਗੀ। ਜੇ ਤੁਹਾਡੇ ਭੈਣ ਭਰਾ ਕੋਈ 10th ਵਿੱਚ ਹੈਗੇ ਨੇ ਤਾਂ ਲਗਾ ਲਿਓ ਉਹਨਾਂ ਨੂੰ ਤੁਹਾਡੇ ਕੋਲ। ਠੀਕ ਹੈ। 8th ਦੀ ਮੈਂ ਜਿਹੜੀ ਹੈਗੀ ਹੈ ਸਾਇੰਸ ਮੁਕਾ ਦਿੱਤੀ ਤੁਹਾਡੇ ਕੋਲ ਜੀ, ਕਿਉਂਕਿ ਪਹਿਲਾਂ ਕਮਿਟਮੈਂਟ 8th ਵਾਲਿਆਂ ਨਾਲ ਹੋਈ ਸੀਗੀ। ਸਾਇੰਸ ਅੱਜ ਮੁੱਕ ਚੱਲੀ, ਐਸਐਸ ਮੈਂ ਇੱਕ ਦਿਨ ਚ ਮੁਕਾ ਦੇਣੀ ਹੈ। ਠੀਕ ਹੈ, 1-2 ਦਿਨ ਚ ਮੈਥ ਮੁੱਕ ਜੂਗਾ। ਫਿਰ ਆਪਾਂ 10ਵੀਂ ਪਕੜਦੇ ਹਾਂ, 1 ਮਹੀਨਾ ਹੈਗਾ। ਤੇ ਫਿਰ 8th ਤੇ ਜਿਹੜੇ ਇਹਦੇ ਵਿੱਚ ਚੱਲਣਗੇ ਵੀ ਜਿਹੜੇ ਪੰਜਾਬ ਬੋਰਡ ਲਈ, ਜਦੋਂ ਤੁਹਾਡਾ ਜਿਹੜਾ ਸਮੈਸਟਰ ਸਿਲੇਬਸ ਹੈ BOARD ਪੰਜਾਬ ਬੋਰਡ ਲਈ ਜਿਹੜੇ ਤੁਹਾਡੇ ਕੋਲ ਬੈਸਟ ਕੁਐਸਚਨਸ ਹੋਣਗੇ, ਫਿਰ ਆਪਾਂ ਉਹ ਸੀਰੀਜ਼ ਸਟਾਰਟ ਕਰਾਂਗੇ। ਤੇ ਜਿਹੜਾ ਹੈਗਾ ਤੁਹਾਡੇ ਕੋਲ ਮਤਲਬ ਉਹ ਕਾफ़ी ਇੰਜੋਏ ਕਰੋਗੇ ਤੁਸੀਂ, ਫੁੱਲ ਮਾਰਕਸ ਵੀ ਲੈ ਸਕਦੇ ਹੋ। ਠੀਕ ਹੈ। तो कहता जी, किसान ने अपने खेतों सिंचाई करते देख के सुनीता अपने दादा जी तो पूछती है फसलों को सिंचाई की लोड़ की होंगी। बीजों के पुगन लिए पानी जरूरी है। बिल्कुल ठीक है। पानी मिट्टी विचले पोषक तत्वों पौद्यां तक पहुँचाता है। ठीक है। पानी च ना घुल जाते हैं पोषक तत्व। जो पानी च पोषक तत्व घुल जाते हैं तो जो जड़ा उपर खिंचदियां ने पानी नूं, तो पोषक तत्व भी नाल ले लेंदी है। सो पानी मिट्टी विचले पोषक, ये ठीक है। पानी गर्म ठंडियां हवावां तो फसलों नूं बचाउंदा है, क्योंकि पानी जिहड़ा हैगा तुहाडे पास टैंपरेचर ਨੂੰ ਮੋਨੀਟਰ ਕਰ। ਜੇ ਤੁਸੀਂ ਸਮੁੰਦਰਾਂ ਬਾਰੇ ਪੜ੍ਹੋ ਨਾ, ਉੱਥੇ ਵੀ ਇਹ ਆਂਦਾ ਵੀ ਸਮੁੰਦਰ ਜਿਹੜਾ ਹੈ ਧਰਤੀ ਦਾ ਟੈਂਪਰੇਚਰ ਮੇਨਟੇਨ ਕਰਦੇ ਨੇ। ਠੀਕ ਹੈ। ਕਿਉਂਕਿ ਆਪਣੇ ਕੋਲ ਆਲ ਹਵਾ ਅਬਾਵ ਹੈਗਾ। ਠੀਕ ਹੈ। ਜੇ ਤੁਸੀਂ ਸਟਰੋਂਗਲੀ ਦੋ ਵੀ ਕਹੋ ਤਾਂ ਵੀ ਤੁਹਾਨੂੰ ਚੌਥੀ ਹੀ ਲਾਣੀ ਪੈਣੀ ਹੈ। ਅੱਗੇ ਦੇਖੋ ਜੀ, ਜੈਸਮੀਨ ਦੇ ਪਿਤਾ ਖੇਤ ਵਿੱਚੋਂ ਅਣਚਾਹੇ ਪੌਦਿਆਂ ਨੂੰ ਹਟਾ ਰਹੇ ਹਨ। ਇਸ ਪ੍ਰਕਿਰਿਆ ਨੂੰ ਅਣਚਾਹੇ ਪੌਦੇ ਜਿਹੜੇ ਹੁੰਦੇ ਹਨ ਉਹਨਾਂ ਨੂੰ ਆਪਾਂ ਵੀਡਸ ਕਹਿੰਦੇ ਆ। ਵੀਡ ਨੂੰ ਹਟਾਉਣਾ ਵੀਡਿੰਗ ਹੁੰਦਾ, ਤਾਂ ਵੀਡਿੰਗ ਨੂੰ ਗੋਡੀ ਕਹਿੰਦੇ ਨੇ। ਠੀਕ ਹੈ ਜੀ। ਸੋ ਆਪਾਂ ਨੇ ਗੋਡੀ ਕਰ ਲਈ। ਠੀਕ ਹੈ। ਸੰਕਟਕਾਲੀਨ ਜੀਵਾਂ ਦੀਆਂ 2 ਪ੍ਰਜਾਤੀਆਂ ਦੇ ਨਾਂ ਦੇਖੋ। ਠੀਕ ਹੈ ਜੀ। ਕਾਲਾ ਹਿਰਨ ਹੈਗਾ ਜੀ, ਸਫੇਦ ਅੱਖਾਂ ਵਾਲਾ ਹਿਰਨ ਹੈਗਾ, ਸੁਨਹਿਰੀ ਬਿੱਲੀ, ਗੁਲਾਬੀ ਸਿਰ ਅਜਗਰ, ਗੈਂਡਾ, ਇਹ ਸਾਰੇ ਹੈਗੇ ਨੇ ਤੁਹਾਡੇ ਕੋਲ। ਸੋ ਉਪਰੋਕਤ ਸਾਰੇ। ਠੀਕ ਹੈ। ਬਟ ਇਹ ਜਿਹੜਾ ਹੈਗਾ ਨਾ, ਇਹ ਤੁਹਾਨੂੰ ਤੁਸੀਂ ਅਗਰ ਚਾਹੇ ਡਿਫਰੈਂਟ ਬੁੱਕਸ ਲਿਖੋਗੇ ਉੱਥੇ ਡਿਫਰੈਂਟ ਲਿਖੇ ਹੋਏ ਹੈ। ਬਟ ਤੁਹਾਡੀ NCERT 'ਚ ਆ ਵੀ ਠੀਕ ਹੈ, ਇਹ ਸਾਰੇ ਲਿਖੇ ਹੋਏ ਨੇ ਤੁਹਾਡੇ ਕੋਲ। ਤਾਂ ਤੁਸੀਂ ਜਿਹੜਾ ਉਪਰੋਕਤ ਸਾਰੇ ਵਾਲੀ ਆਪਸ਼ਨ ਟਿਕ ਕਰ ਦਿਓ ਤੁਹਾਡੇ ਕੋਲ। ਰਮਨ ਦੇ ਮਾਤਾ ਜੀ ਨੇ ਮੁਰਗੀ ਦਾ ਉਬਲਿਆ ਅੰਡਾ ਕੱਟ ਕੇ ਖਾਣ ਨੂੰ ਦਿੱਤਾ ਜੀ। ਸੋ ਉਬਲਿਆ ਅੰਡਾ। ਠੀਕ ਹੈ ਜੀ। ਤੁਹਾਡੇ ਕੋਲ ਜਿਹੜਾ ਹੈਗਾ ਹੈ ਇਹ ਵਾਲੀ ਕੀ ਆਪਸ਼ਨ ਰਹੇਗੀ ਤੁਹਾਡੇ ਕੋਲ। ਸੋ ਆਪਾਂ ਨੂੰ ਕੁਐਸਚਨ 'ਚ ਕਿਹਾ ਹੈਗਾ ਪੀਲੇ ਭਾਗ ਨੂੰ ਕੀ ਕਹਿੰਦੇ। ਪੀਲਾ ਭਾਗ ਯੋਕ ਹੁੰਦਾ ਜੀ, ਵਾਈਟ ਐਲਬੂਮਿਨ ਹੁੰਦਾ ਹੈ। ਮਾਈਟੋਕਾਂਡਰੀਆ ਤਾਂ ਹੁੰਦਾ ਹੀ ਨਹੀਂ ਕੁਛ। ਠੀਕ ਹੈ ਨਾ। ਇਹਦੇ ਵਿੱਚ ਇਹ ਅੰਡੇ ਦੇ ਹਿਸਾਬ ਨਾਲ ਲਾਉਂਗੇ ਤਾਂ ਸੈੱਲ ਦੇ ਹਿਸਾਬ ਨਾਲ ਤਾਂ ਹੋਊਗਾ। ਠੀਕ ਹੈ। ਸੋ ਆਪਾਂ ਇੱਥੇ ਯੋਕ ਲਾ ਦੇਣਾ ਹੈਗਾ ਤੁਹਾਡੇ ਕੋਲ। ਠੀਕ ਹੋ ਗਿਆ ਜੀ। ਸੋ ਇਹ ਵੀ ਹੋ ਗਿਆ ਜੀ। ਚੱਲੀਏ ਅੱਗੇ। ਉਸ ਤੋਂ ਬਾਅਦ ਕੁਝ ਜੀਵ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਬਾਹਰੀ ਨਿਸ਼ੇਚਨ ਹੁੰਦਾ। ਬਾਹਰੀ ਨਿਸ਼ੇਚਨ ਨਾ ਜ਼ਿਆਦਾਤਰ ਐਂਫੀਬੀਅਨ 'ਚ ਹੁੰਦਾ। ਐਂਫੀਬੀਅਨ ਮੈਨੇ ਜਿਹੜਾ ਜਲ ਤੇ ਵੀ ਰਹਿ ਸਕਦਾ, ਥਲ ਤੇ ਵੀ ਰਹਿ ਸਕਦਾ। ਸੋ ਡੱਡੂ ਆਏਗਾ ਤੁਹਾਡੇ ਕੋਲ। ਸੋ ਯਾਦ ਰੱਖਣਾ ਐਂਫੀਬੀਅਨਸ। ਠੀਕ ਹੈ। ਤਾਂ ਉਸ ਤੋਂ ਬਾਅਦ ਹੈਗਾ 2 ਸਮਤਲ ਦਰਪਣਾਂ ਵਿਚਕਾਰ 90 ਦਾ ਕੋਣ ਹੈ। ਠੀਕ ਹੈ। ਮਤਲਬ ਇੱਕ ਕੋਣ ਹੈ, ਇੱਕ ਸਮਤਲ ਦਰਪਣ ਐ ਲੱਗਿਆ, ਇੱਕ ਐ 90 ਦਾ ਕੋਣ ਹੈਗਾ। ਠੀਕ ਹੈ। ਤਾਂ ਪ੍ਰਤੀਬਿੰਬਾਂ ਦੀ ਗਿਣਤੀ ਕਿੰਨੀ ਹੋਏਗੀ। 360 ਡਿਗਰੀ ਡਿਵਾਈਡਡ ਬਾਈ ਥੀਟਾ -1, ਇਹ ਫਾਰਮੂਲਾ ਹੁੰਦਾ। 360 ਨੂੰ 90 ਦਾ ਕੋਣ ਹੈ -1 ਥੀਟਾ ਮੈਨੇ ਕੋਣ ਕਿੰਨੇ ਦਾ 9 ਚੌਕਾ 36, 4 ਚੋਂ 1 ਘਟਾਇਆ 3। ਸੋ 3 ਕੋਣ ਹੋਣਗੇ ਜੀ। ਫਾਰਮੂਲਾ ਯਾਦ ਰੱਖ ਲਿਓ, ਕੱਲ ਨੂੰ 90 ਦੀ ਥਾਂ ਤੇ ਕੋਈ ਹੋਰ ਐਂਗਲ ਆ ਗਿਆ ਤਾਂ ਤੁਸੀਂ ਕੈਲਕੂਲੇਟ ਕਰ ਲਿਓ। ਠੀਕ ਹੈ। ਲੁਧਿਆਣਾ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਠੀਕ ਹੈ ਜੀ। ਡੀਜ਼ਲ ਅਤੇ ਪੈਟਰੋਲ ਦੀ ਬਜਾਏ ਸਰਕਾਰ ਨੇ ਪ੍ਰਦੂਸ਼ਣ ਕੰਟਰੋਲ ਕਰਨ ਲਈ CNG ਹੈ ਜੀ, ਕੰਪਰੈਸਡ ਨੈਚੁਰਲ ਗੈਸ ਹੈ। ਠੀਕ ਹੈ। ਸੋ ਇਹ ਵਾਲੀ ਚੀਜ਼ ਹੈ, ਇਹ ਆਟੋਸ ਦੇ ਵਿੱਚ ਹੁਣ ਯੂਜ਼ ਕਰਦੇ ਆ। ਠੀਕ ਹੈ। ਡੀਜ਼ਲ ਦੀ ਬਜਾਏ। ਠੀਕ ਹੈ। ਗੱਡੀਆਂ ਵੀ ਸਾਰੀਆਂ ਹੁਣ CNG ਤੇ ਵੈਗਨਾਰ ਆ ਗਈ, ਹੋਰ ਵੀ ਗੱਡੀਆਂ ਆ ਜਾਣੀਆਂ। ਪੈਟਰੋਲ ਡੀਜ਼ਲ ਬੰਦੇ ਹੋ ਜਾਣੇ ਆ। ਠੀਕ ਹੈ। ਇਹ ਨਹੀਂ ਤੁਸੀਂ ਖਰੀਦ ਨਹੀਂ ਸਕਦੇ, ਰਹਿਣੇ ਹੀ ਨਹੀਂ ਗਏ ਗਵਰਨਮੈਂਟ ਨੇ। ਠੀਕ ਹੈ। ਸੋ ਆਪਾਂ ਕਿਹਾ ਕਿ ਅਧਿਆਪਕ ਨੇ ਵਿਦਿਆਰਥੀਆਂ ਨੂੰ ਪੜ੍ਹਾਇਆ ਹਵਾ ਪ੍ਰਦੂਸ਼ਣ ਕਰਕੇ ਹਵਾ ਵਿੱਚ CO2 ਵੱਧਦੀ ਹੈ, ਜਿਸ ਕਰਕੇ ਗਲੋਬਲ ਵਾਰਮਿੰਗ ਹੁੰਦੀ ਹੈ। ਠੀਕ ਹੈ ਜੀ। CO2 ਵੱਧਦੀ ਹੈ ਜਿਸ ਕਰਕੇ ਗਲੋਬਲ ਵਾਰਮਿੰਗ ਹੁੰਦੀ ਹੈਗੀ ਹੈ ਤੁਹਾਡੇ ਕੋਲ। ਠੀਕ ਹੈ। ਤਾਂ ਜਿਹੜਾ ਹੈਗਾ ਤੁਹਾਡੇ ਕੋਲ ਹੁਣ ਆਪਾਂ ਦੇਖੀਏ ਇਹਦੇ ਪ੍ਰਭਾਵ ਕੀ ਨੇ। ਤਾਪਮਾਨ 'ਚ ਵਾਧਾ ਹੋਊਗਾ, ਸਮੁੰਦਰੀ ਤਲ 'ਚ ਵਾਧਾ ਹੋਊ, ਗਲੇਸ਼ੀਅਰ ਪਿਘਲਣ। ਤਾਪਮਾਨ ਵਧੂਗਾ ਨਾ ਤਾਂ ਗਲੇਸ਼ੀਅਰ ਪਿਘਲਣਗੇ, ਸਮੁੰਦਰਾਂ 'ਚ ਪਾਣੀ ਵੱਧਦਾ ਆਜੂ। ਸਾਰੀਆਂ ਆਪਸ਼ਨਾਂ ਹੀ ਹੈ। ਇਹਦਾ ਮਤਲਬ ਜੇ ਇਸੇ ਤਰ੍ਹਾਂ ਤਾਪਮਾਨ ਵੱਧਦਾ ਰਿਹਾ ਨਾ, ਸਮੁੰਦਰਾਂ ਦੇ ਕਿਨਾਰੇ ਜਿਹੜੇ ਸ਼ਹਿਰ ਨੇ ਉਹ ਡੁੱਬ ਜਾਣੇ ਨੇ, ਜਿਹੜੇ ਕੰਟਰੀ ਨੇ ਉਹ ਵੀ ਡੁੱਬ ਜਾਣੇ। ਇਸ ਚੀਜ਼ ਦਾ ਖਿਆਲ ਰੱਖਿਓ। ਸੂਰਜ ਦਾ ਆਪਣਾ ਪ੍ਰਕਾਸ਼ ਤੇ ਉਹਦੀ ਊਰਜਾ ਹੈ, ਇਹਦੀ ਊਰਜਾ ਲਈ ਜ਼ਿੰਮੇਵਾਰ ਕੌਣ ਹੈ। ਸੋ ਨਿਊਕਲੀਅਰ ਕਿਰਿਆਵਾਂ, ਨਿਊਕਲੀਅਰ ਫਿਊਜ਼ਨ ਹੁੰਦਾ ਜੀ ਤੁਹਾਡੇ ਕੋਲ। ਠੀਕ ਹੈ ਜੀ।
ठीक है। सो ये वाली आप याद रखनी, 10वीं च पूरी डिटेल च पढ़ोगे। राम ਅਤੇ ਸ਼ਾਮ ਦੋਵੇਂ ਬਕਸੇ ਨੂੰ ਇੱਕ ਹੀ ਦਿਸ਼ਾ ਵਿੱਚ ਧੱਕ ਰਹੇ ਹਨ, ਇੱਧਰ ਨੂੰ ਹੀ ਧੱਕ ਰਹੇ, ਇਹ ਵੀ ਤੇ ਇਹਨਾਂ ਦਾ ਬਲ ਜਿਹੜਾ ਜੁੜ ਜਾਣਾ, ਰਿਜ਼ਲਟੈਂਟ ਜੁੜ ਜਾਣਾ, ਇਹ ਬਕਸਾ ਛੇਤੀ ਧੱਕਿਆ ਜਾਊਗਾ। ਜੇ ਆਪਾਂ ਕਹੀਏ ਕਿ ਇਕੁਅਲ ਬਲ ਨਾਲ ਇੱਕ ਇੱਧਰੋਂ ਧੱਕ ਰਿਹਾ, ਇੱਕ ਇੱਧਰੋਂ ਧੱਕ ਰਿਹਾ, ਫਿਰ ਆਨਸਰ 0 ਆਊਗਾ। ਉੱਦਾਂ ਦੀ ਆਪਸ਼ਨ ਵੀ ਪਹਿਲਾਂ ਕਿਸੇ ਕੁਐਸਚਨ 'ਚ ਆਈ ਹੈ। ਬੂਜੋ ਨੇ ਪਹੇਲੀ ਨੂੰ ਪੁੱਛਿਆ, ਮੈਂ ਬੱਚਿਆਂ ਨੂੰ ਇੱਕ ਦੂਜੇ ਨਾਲ ਰਬੜ ਦੇ ਟਾਇਰ ਦੇ ਘੇਰੇ ਨੂੰ, ਠੀਕ ਹੈ, ਰਿਮ ਨੂੰ ਆਪਾਂ ਖੇਡਦਿਆਂ ਪਿੰਡਾਂ 'ਚ ਚਲਾਉਣ ਦਾ ਮੁਕਾਬਲਾ ਕਰਦੇ ਦੇਖਿਆ। ਧੱਕੇ ਨਾਲ ਟਾਇਰ ਦੀ ਚਾਲ ਤੇਜ਼ ਹੋ ਜਾਂਦੀ ਹੈ, ਠੀਕ ਹੈ। ਜਿੱਧਰ ਨੂੰ ਚੱਲ ਰਿਹਾ ਉੱਧਰ ਨੂੰ ਹੀ ਆਪਾਂ ਬਲ ਗਤੀ ਦੀ ਵਸਤੂ ਦੀ ਦਿਸ਼ਾ ਵਿੱਚ ਲੱਗਦਾ ਹੈ, ਮਤਲਬ ਜਿੱਧਰ ਨੂੰ ਦੌੜ ਰਿਹਾ ਉੱਧਰ ਨੂੰ ਹੀ ਇਹ ਹਿੱਟ ਕਰ ਰਿਹਾ। ਸੋ ਗਤੀ ਵੀ ਉੱਧਰ ਨੂੰ ਹੈ, ਉੱਧਰ ਨੂੰ ਉਸ ਦਿਸ਼ਾ 'ਚ ਲੱਗਦਾ। ਸੋ ਆ ਬੈਟਰ ਹੈ। ਉਲਟ ਦਿਸ਼ਾ ਵਾਲੀ ਆਪਸ਼ਨ ਨਹੀਂ ਹੈ, 90 ਡਿਗਰੀ ਤੇ ਨਹੀਂ ਹੈ, 180 ਡਿਗਰੀ ਤੇ ਉਲਟ ਹੋ ਜਾਏਗਾ, ਇਹ ਵੀ ਨਹੀਂ ਹੈ। ਸੋ ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਹੈਗਾ ਇਹ ਤੁਹਾਡੇ ਕੋਲ, ਅਧਿਆਪਕ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਤਰਲ ਦੀ ਗਤੀ ਕਰਨ ਵਾਲੀਆਂ ਵਸਤੂਆਂ ਵਿਸ਼ੇਸ਼ ਸ਼ਕਲ ਦੀਆਂ ਬਣਾਈਆਂ ਜਾਂਦੀਆਂ ਹਨ। ਮੱਛੀ ਵਿਸ਼ੇਸ਼ ਆਕਾਰ ਆਸਾਨੀ ਨਾਲ ਚੱਲ ਸਕਦੀ, ਉਹਦੇ ਨਾਲ ਕੀ ਹੁੰਦਾ, ਠੀਕ ਹੈ। ਤੁਸੀਂ ਦੇਖੋਗੇ ਜੇ ਬੋਟ ਹੈ, ਬੋਟ ਦੀ ਸਪੈਸ਼ਲ ਸ਼ੇਪ ਹੈ, ਸ਼ਿਪ ਦੀ ਸਪੈਸ਼ਲ ਸ਼ੇਪ ਹੈ, ਕਿਉਂ, ਊਰਜਾ ਦੀ ਹਾਨੀ ਨਹੀਂ ਹੁੰਦੀ, ਰਗੜ ਘੱਟ ਲੱਗਦੀ ਹੈ, ਗਤੀ ਸੌਖੀ ਹੁੰਦੀ ਹੈ, ਸਾਰੀਆਂ ਆਪਸ਼ਨਾਂ ਹੀ ਟਰੂ ਹੋ ਜਾਣੀਆਂ ਹੈਗੀਆਂ। ਸੋ ਇਹ ਤੁਹਾਡਾ ਆਨਸਰ ਆ ਜਾਏਗਾ, ਠੀਕ ਹੋ ਗਿਆ ਜੀ ਤੁਹਾਡੇ ਕੋਲ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਬਈ ਸਹਿਜ ਨੇ ਮੇਲੇ ਵਿੱਚ ਖਿਡੌਣਾ ਲਿਆ ਉੱਤੇ ਸੁਨਹਿਰੀ ਸੀ, ਮਾਤਾ ਜੀ ਨੇ ਕਿਹਾ ਸੋਨਾ ਨਹੀਂ ਪਰਤ ਚੜੀ, ਪਰਤ ਚੜਾਉਣ ਨੂੰ ਬਿਜਲੀ ਮੁੱਲ ਮੰਗ ਕਰਨ ਕਹਿੰਦੇ ਨੇ, ਇਲੈਕਟ੍ਰੋਪਲੇਟਿੰਗ ਕਹਿੰਦੇ ਨੇ, ਠੀਕ ਹੈ ਜੀ। ਸੋ ਇਹ ਹੋ ਗਿਆ ਜੀ। ਉਸ ਤੋਂ ਬਾਅਦ ਹੈਗਾ ਰਾਧਾ ਨੇ ਪੁੱਛਿਆ ਕਿ ਧਰਤੀ ਵਾਂਗੂ ਹੋਰ ਗ੍ਰਹਿਆਂ ਤੇ ਜੀਵਨ ਸੰਭਵ ਕਿਉਂ ਨਹੀਂ ਹੈ, ਤਾਂ ਦੱਸਿਆ ਕਿ ਧਰਤੀ ਨੀਲਾ ਗ੍ਰਹਿ, ਧਰਤੀ ਤੇ ਕੀ ਹੈ, ਪਾਣੀ ਹੈਗਾ, ਤਾਪਮਾਨ ਹੈਗਾ, ਓਜ਼ੋਨ, ਆ ਸਾਰੀਆਂ ਚੀਜ਼ਾਂ ਹੀ ਹੈਗੀਆਂ ਜੀ ਧਰਤੀ ਤੇ, ਇਸ ਕਰਕੇ ਕੁਐਸਚਨ ਇੰਪੋਰਟੈਂਟ ਵੀ ਹੈਗਾ। ਕਸ਼ੀਦਤ ਪਾਣੀ ਵਿੱਚ ਲੂਣ ਮਿਲਾਉਣ ਤੇ ਉਹ ਕੀ ਬਣ ਜਾਏਗਾ। ਦੇਖੋ ਅਗਰ ਕਸ਼ੀਦਤ ਪਾਣੀ ਡਿਸਟਿਲਡ ਵਾਟਰ ਹੈ ਜਿਹੜਾ, ਇਹ ਨਾ ਕੁਚਾਲਕ ਹੁੰਦਾ ਅਸਲ 'ਚ, ਕੁਚਾਲਕ, ਪਰ ਜਿਹਦੇ ਵਿੱਚ ਆਪਾਂ ਨਮਕ ਪਾਤਾ, ਵੈਸੇ ਇਹ ਕੁਚਾਲਕ ਹੈ, ਪਰ ਜਦੋਂ ਨਮਕ ਪਾਤਾ, ਨਮਕ ਪਾ ਕੇ ਇਹਨਾਂ ਵਿੱਚ ਆਇਨਸ ਆ ਜਾਣੇ ਨੇ ਤੇ ਫਿਰ ਇਹ ਸੁਚਾਲਕ ਬਣ ਜਾਂਦਾ ਹੁੰਦਾ ਤੁਹਾਡੇ ਕੋਲ, ਠੀਕ ਹੈ। ਸੋ ਵਧੀਆ ਸੁਚਾਲਕ ਬਣ ਜਾਏਗਾ ਜੀ ਤੁਹਾਡੇ ਕੋਲ, ਠੀਕ ਹੈ ਜੀ। ਸੁਚਾਲਕ ਵੀ ਵਧੀਆ ਸੁਚਾਲਕ ਬਣ ਜਾਏਗਾ, ਠੀਕ ਹੈ। ਅਖਬਾਰ ਵਿੱਚ ਪੜ੍ਹਿਆ ਮੌਸਮ ਦੀ ਭਵਿੱਖਬਾਣੀ ਨਾਲ ਵਰਖਾ ਹੋਵੇਗੀ, ਸਾਨੂੰ ਕਿੱਥੋਂ ਮਿਲਦਾ, ਜਿਹੜੇ ਸੀ ਆਰਟੀਫਿਸ਼ੀਅਲ ਸੈਟੇਲਾਈਟ ਭੇਜੇ ਨੇ ਨਾ, ਠੀਕ ਹੈ। ਗੂਗਲ ਸੈਟੇਲਾਈਟਸ ਤੋਂ ਡਾਟਾ ਲੈਂਦਾ ਵੀ ਬੱਦਲ ਆਏ ਹੋਏ ਨੇ, ਫਿਰ ਐਨਾਲਿਸਿਸ ਕਰ ਲੈਂਦਾ। ਸੋ ਜਿੰਨੀ ਵੀ ਭਵਿੱਖਬਾਣੀ ਹੁੰਦੀ ਹੈ ਉਹ ਬਣਾਉਟੀ ਉਪਗ੍ਰਹਿ ਤੋਂ ਹੁੰਦੀ ਹੈ। ਸੋ ਹੁਣ ਆਪਣੇ ਘਰ ਬੈਠਾ ਸੀ, ਦੇਖਿਆ ਕੁਝ ਸਕਿੰਟਾਂ ਲਈ ਧਰਤੀ ਕੰਬਣ ਲੱਗ ਗਈ। ਜਦੋਂ ਧਰਤੀ ਕੰਬਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਵੀ ਭੂਚਾਲ ਆ ਗਿਆ ਜੀ। ਸੋ ਭੂਚਾਲ ਆਏ ਤੇ ਧਰਤੀ ਕੰਬਦੀ ਹੈਗੀ, ਠੀਕ ਹੈ ਜੀ। ਭੂਚਾਲ ਆਣਾ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ, ਇਸ ਚੀਜ਼ ਦਾ ਖਿਆਲ ਰੱਖਿਓ। ਥੋੜਾ SSC ਦੀ ਸ਼ੀਟ ਸੋਲਵ ਕੀਤੀ ਸੀਗੀ, ਠੀਕ ਹੈ। ਉੱਥੇ ਜਿਹੜਾ ਕੁਐਸਚਨ ਸੀਗਾ ਵੀ ਭੂਚਾਲ ਆ ਜੇ ਤਾਂ ਤੁਸੀਂ ਕੀ ਕਰੋਗੇ ਤੁਹਾਡੇ ਕੋਲ, ਠੀਕ ਹੈ। ਉੱਥੇ ਬਹੁਤ ਸਾਰੇ ਮਤਲਬ ਬੱਚੇ ਜਿਹੜੇ ਸੀ ਵੀ ਸਾਨੂੰ ਇਹ ਲਿਖਾਇਆ ਜੀ ਵੀ ਆਪਣਾ ਸਿਰ ਢੱਕ ਲਓ ਉੱਥੇ, ਬਟ ਮੈਂ ਜਿਹੜੀ ਆਪਸ਼ਨ ਲਿਖਾਈ ਸੀ ਕਿ ਟੀਚਰ ਦੇ ਨਿਰਦੇਸ਼ ਦੀ ਵੇਟ ਕਰੋ, ਉਹਦਾ ਕਾਰਨ ਸੀਗਾ ਵੀ ਟੀਚਰ ਉਹਨੂੰ ਪਤਾ ਹੈ ਵੀ ਤੇਜ਼ ਆ ਰਿਹਾ, ਹੌਲੀ ਆ ਰਿਹਾ, ਟੀਚਰ ਨੂੰ ਇਹ ਵੀ ਪਤਾ ਵੀ ਤੁਹਾਡਾ ਕਮਰਾ ਕਿੱਥੇ ਹੈ ਤੇ ਇਹ ਤੋਂ ਬਾਅਦ ਗਰਾਊਂਡ ਕਿੱਥੇ ਹੈ ਤੇ ਬਾਹਰ ਹੈ। ਸਿਰ ਢੱਕ ਲਓ, ਜੇ ਛੱਤ ਤੇ ਗਿਰ ਜੇ ਸਿਰ ਢੱਕ ਰਹੇ ਨੂੰ ਕੀ ਕਰਨਾ ਹੈਗਾ। ਬਹੁਤ ਸਾਰੇ ਬੱਚੇ ਸਿਰ ਢੱਕ, ਮਤਲਬ ਸਿਰ ਢੱਕ ਲਓ, ਉੱਥੇ ਆਪਸ਼ਨ ਸੀ ਸਿਰ ਢੱਕ ਲਓ, ਸਿਰ ਢੱਕ ਲਓ। ਤੁਸੀਂ ਸੋਚ ਕੇ ਦੇਖੋ ਜੇ ਭੂਚਾਲ ਆ ਜੇ, ਛੱਤ ਤੇ ਗਿਰ ਜਾਵੇ, ਫਿਰ ਸਿਰ ਢੱਕੇ ਨੂੰ ਕੀ ਹੈ ਤੁਹਾਡੇ ਕੋਲ, ਡੈਕਸ ਹੇਠਾਂ ਛੁਪ ਜਾਓ, ਲੱਕੜ ਦਾ ਡੈਕਸ ਛੱਤ ਥੋੜੀ ਰੋਕ ਲੂਗਾ। ਸੋ ਮਤਲਬ ਜੇ ਘੱਟ, ਜੇ ਤੁਹਾਨੂੰ ਲੱਗਦਾ ਉੱਥੇ ਕਿਉਂਕਿ ਉੱਥੇ ਬੈਟਰ ਆਪਸ਼ਨ ਇਹ ਸੀ ਵੀ ਟੀਚਰ ਤੇ ਇੰਸਟਰਕਸ਼ਨ ਦੀ ਵੇਟ ਕਰੋ। ਟੀਚਰ ਨੂੰ ਲੱਗਦਾ ਵੀ ਜ਼ਿਆਦਾ ਆ ਗਿਆ ਤਾਂ ਟੀਚਰ ਤੁਹਾਨੂੰ ਕਹਿ ਦੂਗਾ ਵੀ ਫਟਾਫਟ ਬਾਹਰ ਨਿਕਲੋ। ਟੀਚਰ ਨੂੰ ਲੱਗਦਾ ਵੀ ਸਕੂਲ ਐਡਾ ਵੱਡਾ ਹੈ, ਚੌਥੀ ਫਲੋਰ ਤੇ ਆਪਾਂ ਬੈਠੇ ਹਾਂ, ਬਾਹਰ ਨਿਕਲਿਆ ਨਹੀਂ ਜਾ ਸਕਦਾ, ਫਿਰ ਉਹ ਦੇਖੂਗਾ ਵੀ ਕੀ ਆਪਸ਼ਨ ਹੈ। ਸੋ ਇਹਦਾ ਮਤਲਬ ਤੁਹਾਡੇ ਨਾਲੋਂ ਸਿਆਣਾ ਬੰਦਾ ਹੋਵੇ, ਉਹਦਾ ਆਪਸ਼ਨ ਸੀਗੀ, ਬਟ ਸਬਜੈਕਟਿਵ ਕੁਐਸਚਨ ਸੀਗਾ ਉਹ ਉੱਥੇ ਬੱਚੇ ਜ਼ਰੂਰ ਕਹਿ ਰਹੇ ਨੇ ਵੀ ਸਾਨੂੰ ਆਹ ਲਵਾਈ ਹੈ, ਸਾਨੂੰ ਆਹ ਲਵਾਈ ਹੈ, ਦੈਨ ਉਹ ਕੋਈ ਚੱਕਰ ਨਹੀਂ। ਮੈਂ ਤੁਹਾਨੂੰ ਕਿਹਾ ਸੀ ਉੱਥੇ ਸਬਜੈਕਟਿਵਿਟੀਜ਼ ਦੇਅਰ। ਪਰ ਜੇ ਕੋਈ ਬੰਦਾ ਕਹੇ ਭੂਚਾਲ ਦੀ ਜਦ ਇੰਟੈਂਸਿਟੀ ਹੀ ਨਹੀਂ ਪਤਾ, ਜਦ ਮਾਪਿਆ ਹੀ ਨਹੀਂ ਜਾ ਸਕਦਾ, ਫਿਰ ਡੈਕਸ ਤੇ ਲੁਕੇ ਤੇ ਬਚ ਕਿਵੇਂ ਜਾਓਗੇ, ਇਹਦੀ ਵੀ ਕੋਈ ਗਰੰਟੀ ਨਹੀਂ। ਸੋ ਚਲਿਏ ਜੀ ਅੱਗੇ। ਰੁੱਖ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਣ ਘਟਾਉਣ ਵਿੱਚ ਸਹਾਇਤਾ ਕਰਦੇ ਹਨ। ਹਰ ਜੁਲਾਈ ਦੇ ਮਹੀਨੇ ਲੱਖਾਂ ਰੁੱਖ ਲਗਾਏ ਜਾਂਦੇ ਹਨ, ਠੀਕ ਹੈ ਜੀ। ਸੋ ਇਹ ਵਾਲੀ ਚੀਜ਼ ਹੈ ਜਿਹੜੀ ਤੁਹਾਡੇ ਪਾਸ, ਇਹ ਬਹੁਤ ਬਹੁਤ ਜ਼ਰੂਰੀ ਹੈ। ਜਿੱਥੇ ਜਗ੍ਹਾ ਮਿਲੇ ਉੱਥੇ ਪੌਦਾ ਲਾ ਦਿਓ, ਜਿੱਥੇ ਜਗ੍ਹਾ ਮਿਲੇ ਉੱਥੇ ਪੌਦਾ ਲਾ ਲਓ। ਈਵਨ ਤੁਸੀਂ ਘਰੇ ਇੱਕ ਚੀਜ਼ ਮੰਨ ਕੇ ਚੱਲੋ ਵੀ ਜੇ 10 ਕਿਲੋ ਦੀ ਥੈਲੀ, 2 ਥੈਲੀਆਂ ਤੁਹਾਡੇ ਆਟਾ ਵੀ ਆਉਂਦਾ ਹੈ ਤਾਂ ਉਹ ਥੈਲੀ ਵੀ ਆਪਾਂ ਡਸਟਬਿਨ 'ਚ ਨਹੀਂ ਸੁੱਟਣੀ, ਉਹਦੇ ਵਿੱਚ ਵੀ ਮਿੱਟੀ ਪਾ ਕੇ ਪੌਦਾ ਲਾਉਣਾ ਹੈਗਾ, ਠੀਕ ਹੈ ਜੀ। ਉਹਦੇ ਵਿੱਚ ਮਿੱਟੀ ਪਾ ਕੇ ਵੀ ਪੌਦਾ ਲਾਉਣਾ ਹੈਗਾ ਤੁਹਾਡੇ ਕੋਲ, ਠੀਕ ਹੈ। ਤੇ ਜਿਹੜਾ ਹੈਗਾ ਇਹਦੇ ਨਾਲ ਕੀ ਹੋਊਗਾ, ਇਨਵਾਇਰਨਮੈਂਟ ਅੱਛਾ ਹੋਊਗਾ। ਮੇਨ ਗੱਲ ਹੈ ਤੁਸੀਂ ਆਪਣੇ ਘਰੇ 100 ਪੌਦੇ ਲਾਏ, ਹੁਣ ਤੁਹਾਡੇ ਘਰ ਇੰਨੀ ਆਕਸੀਜਨ ਹੋ ਜੂ,
ਤੁਸੀਂ ਬਿਮਾਰ ਨਹੀਂ ਹੁੰਦੇ। ਪਿੰਡਾਂ ਵਾਲੇ ਲਈ ਤਾਂ ਹੈ ਹੀ ਨਹੀਂ, ਖੈਰ ਪਿੰਡਾਂ ਵਾਲੇ ਤਾਂ ਆਸੇ ਪਾਸੇ ਪਲਾਂਟਸ ਬਹੁਤ ਹੁੰਦੇ ਨੇ। ਸ਼ਹਿਰੀ ਲੋਕਾਂ ਦੀ ਗੱਲ ਹੈ ਵੀ ਤੁਸੀਂ ਅੰਮ੍ਰਿਤਸਰ ਰਹਿ ਰਹੇ ਹੋ, ਗੁਰਦਾਸਪੁਰ ਰਹਿ ਰਹੇ ਹੋ, ਲੁਧਿਆਣੇ ਰਹਿ ਰਹੇ ਹੋ, ਫਿਰ ਔਖਾ ਹੋ ਜਾਂਦਾ। ਤਾਂ ਪਲਾਂਟਸ ਜ਼ਰੂਰ ਲਗਾਓ। ਤਾਂ ਇਹ ਵਨ ਮਹੋਤਸਵ ਕਹਿੰਦੇ ਨੇ ਜੀ ਇਹਨਾਂ ਨੂੰ, ਜਦੋਂ ਅਸੀਂ ਜੁਲਾਈ ਦੇ ਮਹੀਨੇ 'ਚ ਆਪਾਂ ਇਹ ਮਨਾਉਂਦੇ ਹਾਂ, ਠੀਕ ਹੈ। ਤੋ ਕਹਿੰਦਾ ਵੀ ਰਾਮ ਖੁਸ਼ ਰਿਹਾ ਕਿ ਉਸ ਕੋਲ ਇਲੈਕਟ੍ਰੀਕਲ ਉਪਕਰਨ ਜਿਵੇਂ ਫ੍ਰਿਜ, ਏਅਰ ਕੰਡੀਸ਼ਨ ਆਦਿ ਹਨ। ਫ੍ਰਿਜ ਹੈ, ਏਅਰ ਕੰਡੀਸ਼ਨ ਹੈ, ਪਤਾ ਸੀ ਕਿ ਪ੍ਰਦੂਸ਼ਣ ਛੱਡਦੇ ਹਨ। ਤੋ ਕਿਹੜੇ ਪ੍ਰਦੂਸ਼ਣ ਛੱਡਦੇ ਆ? ਜੋ ਕਿ ਓਜ਼ੋਨ ਦੀ ਪੱਟੀ ਖਰਾਬ ਕਰਦੇ। ਸੋ ਇੰਨੀਆਂ ਚੀਜ਼ਾਂ ਤਾਂ ਉਹਨੇ ਪਹਿਲਾਂ ਹੀ ਦੱਸਤੀਆਂ। ਕਲੋਰੋਫਲੋਰੋਕਾਰਬਨ ਹੁੰਦੇ ਨੇ ਜੀ, ਇਹ ਓਜ਼ੋਨ ਦੀ ਪੱਟੀ ਨੂੰ ਖਰਾਬ ਕਰਦੇ ਆ। ਅਗਲੀ ਵਾਰ ਆਪਸ਼ਨ ਪੇਪਰ 'ਚ ਇਹ ਆਊਗੀ ਕਿ ਕਿਹੜੇ ਪਦਾਰਥ ਆਪਾਂ ਖਰਾਬ ਕਰ ਰਹੇ ਨੇ ਤੁਹਾਡੇ ਪਾਸ ਓਜ਼ੋਨ ਦੀ ਪੱਟੀ ਨੂੰ। ਸੋ ਇੱਕ ਕਲੋਰੋਫਲੋਰੋਕਾਰਬਨ ਹੁੰਦੇ, ਇੱਕ ਕਲੋਰੋਬ੍ਰੋਮੋਕਾਰਬਨ ਵੀ ਹੁੰਦੇ ਨੇ, ਠੀਕ ਹੈ। ਸੋ ਇਹ ਹੋ ਗਿਆ। ਉਸ ਤੋਂ ਬਾਅਦ ਹੈਗਾ ਅੱਗੇ ਏਡਜ਼ ਦੇ ਰੋਗੀ ਤੰਦਰੁਸਤ ਵਿਅਕਤੀ ਤੱਕ ਕਿਸ ਤਰ੍ਹਾਂ ਫੈਲਦਾ ਹੈ। ਸੋ ਅਗਰ ਖੂਨ ਚੜਾ ਦਈਏ ਆਪਾਂ ਗਲਤ ਤਾਂ ਫੈਲਦਾ ਜਿਹੜਾ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਤੇ ਭੋਜਨ ਸਾਂਝਾ ਕਰਨ ਨਾਲ, ਸਾਂਝੀ ਕੰਘੀ ਵਰਤਣ ਨਾਲ ਇੱਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਤੋ ਆਪਾਂ ਦੇਖੀਏ ਜੀ, ਮਤਲਬ ਬੈਟਰ ਆਪਸ਼ਨ ਸਭ ਤੋਂ ਇਹੀ ਹੈਗੀ ਹੈ ਤੁਹਾਡੇ ਕੋਲ, ਠੀਕ ਹੈ। ਤਾਂ ਮਤਲਬ ਜੇ ਬਹੁਤ ਹੀ ਡਿਟੇਲ 'ਚ ਜਾऊँ ਤਾਂ ਅਗਲਾ ਕਹੇ ਵੀ ਜੇ ਉਹਦੇ ਸਿਰ 'ਚ ਜ਼ਖਮ ਹੋਇਆ ਤਾਂ ਤੁਸੀਂ ਕੰਘੀ ਸ਼ੇਅਰ ਕਰ ਲਈ ਤਾਂ ਤੁਹਾਡੀ ਤੇ ਖੂਨ ਲੱਗ ਜੇ। ਰੇਅਰ ਕੇਸ ਹੋ ਜਾਵੇਗਾ ਮੱਛਰ ਕੱਟਣ 'ਤੇ, ਮੱਛਰ ਪਹਿਲਾਂ ਏਡਜ਼ ਵਾਲੇ ਨੂੰ ਕੱਟਿਆ, ਉਹਦੇ ਖੂਨ 'ਚ ਉਹ ਆ ਗਿਆ, ਦੈਨ ਇਹ ਮਤਲਬ ਇਹ ਇੱਕ ਆਪਸ਼ਨ ਹੋ ਸਕਦੀ ਹੈ ਵੀ 100 ਚੋਂ 1 ਕੇਸ, ਪਰ ਮਤਲਬ ਬੈਟਰ ਆਪਸ਼ਨ ਸਾਡੇ ਲਈ ਆਹੀ ਹੈ। ਪਰ ਜੇ ਕੋਈ ਬੰਦਾ ਕਹੂਗਾ, ਕੋਈ ਬੰਦਾ ਕਹਿੰਦਾ ਨਹੀਂ ਜੀ ਇਹ ਵੀ ਹੋ ਸਕਦਾ, ਬਟ ਆਪਾਂ ਬੈਟਰ ਆਪਸ਼ਨ ਜਿਹੜੀ ਹੈਗੀ ਆਪਾਂ ਚੂਜ਼ ਕਰ ਲੈਂਦੇ ਹਾਂ। ਕਹਿੰਦਾ ਚਾਵਲ ਖਰੀਫ ਦੀ ਫਸਲ ਹੈ, ਉਹ ਜਾਣਨਾ ਚਾਹਤਾ ਹੈ ਖੇਤੀ ਕਿਹੜੇ ਮਹੀਨਿਆਂ 'ਚ ਕੀਤੀ ਜਾਂਦੀ ਹੈ। ਸੋ ਸਿੰਪਲ ਯਾਦ ਕਰੋ, ਚਾਵਲ ਉਹਨੇ ਵਰਡ ਯੂਜ਼ ਕਰ ਦਿੱਤਾ, ਤੁਸੀਂ ਦੇਖੋ ਚਾਵਲ ਕਿੱਥੇ। ਤੁਹਾਨੂੰ ਗੌਰਮੈਂਟ ਕਹਿੰਦੀ ਹੁੰਦੀ, ਤੁਹਾਨੂੰ ਗੌਰਮੈਂਟ ਇੱਕ ਚਾਵਲ ਲਾਉਣ ਲਈ ਡੈਡਲਾਈਨ ਦਿੰਦੀ ਹੈ ਵੀ 30 ਜੂਨ ਤੋਂ ਪਹਿਲਾਂ ਬਿਜਾਈ ਨਾ ਕਰੋ, ਠੀਕ ਹੈ ਜੀ। 15 ਜੂਨ ਤੋਂ ਪਹਿਲਾਂ ਬਿਜਾਈ ਨਾ ਕਰੋ। ਸ਼ਿਓਰਲੀ ਇਹਦਾ ਮਤਲਬ ਫਿਰ ਜੂਨ ਤੋਂ ਸਤੰਬਰ ਦੇ ਮਹੀਨੇ ਵਿੱਚ ਹੀ ਲੱਗੂਗੀ। ਚਾਵਲ ਨੂੰ ਬੇਸ ਬਣਾ ਕੇ ਲਈਏ ਆਪਾਂ, ਠੀਕ ਹੈ। ਤੋ ਇਹਦਾ ਮਤਲਬ ਜਿਹੜਾ ਹੈਗਾ, ਅੱਗੇ ਚੱਲੀਏ ਜੀ। ਜਸਲੀਨ ਆਪਣੇ ਖਿਡੌਣਾ ਕਾਰ ਨੂੰ ਗਿੱਲੇ ਫਰਸ਼, ਸੁੱਕੇ ਫਰਸ਼ ਅਤੇ ਫਰਸ਼ ਤੇ ਵਿਛਾਏ ਅਖਬਾਰ ਅਤੇ ਤੌਲੀਏ ਤੇ ਚਲਾਉਂਦੀ ਹੈ, ਠੀਕ ਹੈ ਜੀ। ਸੋ ਇਹਦਾ ਮਤਲਬ ਕੀ ਹੈਗਾ ਤੁਹਾਡੇ ਪਾਸ, ਠੀਕ ਹੈ। ਗਿੱਲਾ ਫਰਸ਼ ਹੈ, ਗਿੱਲੇ ਫਰਸ਼ ਤੇ ਤਾਂ ਰਗੜ ਜਮਾ ਹੀ ਕੱਢ ਜਾਂਦੀ ਹੈ, ਠੀਕ ਹੈ। ਸੁੱਕੇ ਫਰਸ਼ ਤੇ ਵੀ ਚੱਲ ਜੂਗੀ। ਫਰਸ਼ ਤੇ ਵਿਛਾਏ ਅਖਬਾਰ, ਤੌਲੀਏ ਤੇ ਸਭ ਤੋਂ ਹਾਰਡ ਚੱਲੂ, ਫਿਰ ਅਖਬਾਰ ਤੇ ਚੱਲੂ, ਫਿਰ ਸੁੱਕੇ ਫਰਸ਼ ਤੇ ਗਿੱਲੇ ਫਰਸ਼ ਤੇ। ਆਪਾਂ ਕੀ ਕਰਨਾ, ਤਾਂ ਆਪਾਂ ਵੱਧਦੇ ਕਰਮ 'ਚ ਹੈ। ਵੱਧਦੇ ਕਰਮ 'ਚ ਮੈंने ਸਭ ਤੋਂ ਘੱਟ ਕਿੱਥੇ ਚੱਲਦੀ ਹੈ, ਤਾਂ ਫਿਰ ਉਸ ਤੋਂ ਬਾਅਦ ਮਤਲਬ ਦੇਖੋ ਇਹ ਕੀ ਕਹਿ ਰਿਹਾ ਆਪਾਂ, ਕਹਿੰਦਾ ਵੱਧਦਾ ਕਰਮ ਕੀ ਹੋਏਗਾ, ਵੱਧਦਾ ਕਰਮ ਹੋਏਗਾ ਘੱਟ ਤੋਂ ਵੱਧ ਜਾਣਾ ਹੈ ਨਾ, ਘੱਟ ਤੋਂ ਵੱਧ। ਸਭ ਤੋਂ ਘੱਟ ਫ੍ਰਿਕਸ਼ਨ ਕਿੱਥੇ ਹੋਏਗੀ, ਗਿੱਲੇ ਫਰਸ਼ ਤੇ ਹੋਏਗੀ, ਫਿਰ ਸੁੱਕੇ ਫਰਸ਼ ਤੇ ਹੋਏਗੀ, ਫਿਰ ਅਖਬਾਰ ਤੇ, ਫਿਰ ਤੌਲੀਏ। ਆਹ ਬੈਟਰ ਆਪਸ਼ਨ ਹੈ ਜੀ, ਠੀਕ ਹੈ। ਤੌਲੀਏ ਤੇ ਰੁੜੂਗੀ ਉਹ ਨਹੀਂ, ਕਾਰ ਦੇਖ ਲਿਓ ਤੁਸੀਂ, ਠੀਕ ਹੈ। ਸੋ ਇਹ ਆਪਸ਼ਨ ਹੋ ਗਈ, ਠੀਕ ਹੈ। ਦੀਪਕ ਹਾਕੀ ਦੀ ਖੇਡਦੇ ਸਮੇਂ ਗੇਂਦ ਨੂੰ ਕਿੱਕ ਮਾਰਦਾ ਹੈ, ਗੇਂਦ ਦੀ ਗਤੀ ਬਦਲ ਜਾਂਦੀ ਹੈ, ਦਿਸ਼ਾ ਬਦਲ ਜਾਂਦੀ ਹੈ, ਠੀਕ ਹੈ। ਮਾੜੀ ਗੇਂਦ ਹੋਵੇ ਆਕਾਰ ਵੀ ਬਦਲ ਸਕਦਾ, ਪਰ ਆਪਾਂ ਵਧੀਆ ਇੰਟਰਨੈਸ਼ਨਲ ਲੈਵਲ ਦੀ ਗੇਮ ਮਿਲ ਕੇ ਚੱਲਦੇ ਹਾਂ, ਠੀਕ ਹੈ। ਕਿਉਂਕਿ ਫੋਰਸ ਸ਼ੇਪ ਵੀ ਚੇਂਜ ਕਰਦੀ ਹੈ, ਤੇ ਮਤਲਬ ਹੁਣ ਤੁਸੀਂ ਹਾਕੀ ਖੇਡ ਰਹੇ ਹੋ, ਮੰਨ ਲਓ ਆਪਾਂ 5-10 ਰੁਪਏ ਵਾਲੀ ਜਿਹੜੀਆਂ ਆਮ ਹੁੰਦੀਆਂ ਜਾਂ ਪਲਾਸਟਿਕ ਦੀ ਬਾਲ ਰੱਖ ਲਈ, ਆਪਾਂ ਮਾਰਾਂਗੇ, ਉਹ ਪਿੱਚ ਵੀ ਸਕਦੀ ਹੈ, ਤਾਂ ਮਤਲਬ ਸ਼ਕਲ ਵੀ ਚੇਂਜ ਹੋ ਸਕਦੀ ਹੈ। ਪਰ ਆਪਾਂ ਆਈਡੀਅਲ ਸਿਚੁਏਸ਼ਨ ਦੇਖਦੇ ਹਾਂ ਵੀ ਹਾਕੀ ਦੀ ਗੇਂਦ ਖੇਡਦੇ ਸਮੇਂ ਗੇਂਦ ਨੂੰ ਕਿੱਕ ਮਾਰਦਾ, ਹਾਕੀ ਦੀ ਗੇਂਦ ਹੈ ਜੀ, ਗੇਂਦ ਨੂੰ ਕਿੱਕ ਮਾਰਦਾ। ਸੋ ਹਾਕੀ ਵਾਲੀ ਅਸਲੀ ਗੇਂਦ ਹੋਊਗੀ ਤਾਂ ਸ਼ਿਓਰਲੀ ਕਿੱਕ ਮਾਰੇ ਤੇ ਨਹੀਂ ਚੇਂਜ ਹੋਏਗੀ, ਸੋ ਆਪਸ਼ਨ ਨਹੀਂ ਹੋਏਗੀ। ਬਟ ਅਦਰਵਾਈਜ਼ ਤੁਸੀਂ ਕਹੋ ਮੈਂ ਪਲਾਸਟਿਕ ਦੀ ਗੇਂਦ ਹੈ, ਤੁਸੀਂ ਜ਼ੋਰ ਨਾ ਮਾਰੀਏ, ਹੋ ਸਕਦਾ ਘਟੀਆ ਪਲਾਸਟਿਕ ਹੋਵੇ, ਕਿੱਕ ਵੀ ਮਤਲਬ ਫੋਰਸ ਕੈਨ ਚੇਂਜ ਦਾ ਸ਼ੇਪ ਆਫ ਦੀ ਬੋਡੀ, ਇਹ ਫੋਰਸ ਦੇ ਇਫੈਕਟ ਵਿੱਚ ਹੁੰਦਾ, ਪਰ ਇੱਥੇ ਗੇਂਦ ਆਪਾਂ ਹਾਰਡ ਮੰਨ ਲੈਂਦੇ ਹਾਂ। ਸੋ 1 ਤੇ 2 ਦੋਨੋਂ ਆਪਸ਼ਨ ਹੋਣਗੀਆਂ, ਠੀਕ ਹੈ ਜੀ। ਸੋ ਮਨਪ੍ਰੀਤ ਨੇ ਟੀਵੀ ਵਿੱਚੋਂ ਸੁਣਿਆ ਕਿ ਸਮੁੰਦਰੀ ਗੋਤਾਖੋਰ ਇੱਕ ਵਿਸ਼ੇਸ਼ ਕਿਸਮ ਦਾ ਸੂਟ ਪਹਿਨਦੇ ਹਨ ਬਚਾਅ ਲਈ। ਪ੍ਰੈਸ਼ਰ ਦਾ ਚੱਕਰ ਪੈਂਦਾ ਜੀ ਸਮੁੰਦਰ ਦੇ ਨੀਚੇ ਜਾ ਕੇ, ਠੀਕ ਹੈ। ਸਪੀਡ ਦਾ ਕੋਈ ਫਰਕ ਨਹੀਂ, ਖੇਤਰਫਲ ਦਾ ਕੋਈ ਫਰਕ ਨਹੀਂ, ਊਰਜਾ ਦਾ ਕੋਈ ਫਰਕ ਨਹੀਂ। ਡੂੰਘਾਈ ਵਧਣ ਨਾਲ ਪਾਣੀ ਦਾ ਪ੍ਰੈਸ਼ਰ ਵੱਧ ਜਾਂਦਾ ਹੈਗਾ। ਪ੍ਰੈਸ਼ਰ ਤੁਹਾਡੇ ਤੇ ਜੋ ਹਾਈਟ ਤੇ ਡਿਪੈਂਡ ਕਰਦਾ, ਪ੍ਰੈਸ਼ਰ ਨੀਚੇ ਨੂੰ ਡੈਪਥ ਹੋਗੀ ਉਹ ਵੀ ਹਾਈਟ ਹੀ ਹੈ, ਸਮਝ ਲਓ। ਤਾਂ ਇਸ ਕਰਕੇ ਤੁਹਾਡੇ ਕੋਲ ਜਿਹੜੀ ਹੈਗੀ ਆਪਾਂ ਨੂੰ ਦਿੱਕਤ ਆ ਸਕਦੀ ਹੈਗੀ ਹੈ। ਅਧਿਆਪਕ ਨੇ ਬਲੈਕ ਬੋਰਡ ਤੇ ਚਾਕ ਨਾਲ ਲਿਖਦੇ ਹੋਏ ਵਿਦਿਆਰਥੀਆਂ ਨੂੰ ਸਵਾਲ ਕੀਤਾ ਹੋਵੇਗਾ ਕਿ ਜੇਕਰ ਬੋਰਡ ਅਤੇ ਚਾਕ ਵਿਚਕਾਰ ਕਿਸੇ ਤਰ੍ਹਾਂ ਦਾ ਰਗੜ ਬਲ ਨਾ ਹੋਵੇ, ਫਿਰ ਬੋਰਡ ਤੇ ਚਾਕ ਜੇ ਰਗੜ ਨਾ ਹੋਈ ਤਾਂ ਬਲੈਕ ਬੋਰਡ ਤੇ ਤੁਸੀਂ ਲਿਖ ਨਹੀਂ ਸਕਦੇ, ਪੱਕੀ ਗੱਲ ਹੈ। ਗੂੜਾ ਨਹੀਂ ਚੱਲੇਗਾ, ਲਿਖੇ ਨਹੀਂ ਸਕਦੇ ਤੁਹਾਡੇ ਕੋਲ, ਠੀਕ ਹੈ। ਸਾਇੰਸ ਲੈਬ ਵਿੱਚ ਰੋਹਿਤ ਕਰੰਟ ਦੇ ਰਸਾਇਣਿਕ ਪ੍ਰਭਾਵ ਵਾਲਾ ਪ੍ਰਯੋਗ ਕਰ ਰਿਹਾ ਸੀ। ਪ੍ਰਯੋਗ ਦੌਰਾਨ ਉਸਨੇ ਦੇਖਿਆ ਜਦੋਂ ਘੋਲ ਵਿੱਚ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ। ਦੇਖੋ ਇੱਥੇ ਨਾ ਕੁਐਸਚਨ ਨਹੀਂ ਪੂਰਾ, ਸਾਇੰਸ ਲੈਬ ਵਿੱਚ ਕਰੰਟ ਦੇ ਰਸਾਇਣਿਕ ਪ੍ਰਭਾਵ ਜੋ ਉਸਨੇ ਦੇਖਿਆ, ਸਾਇੰਸ ਲੈਬ ਰੋਹਿਤ ਐਕਸਪੈਰੀਮੈਂਟ केमिकल का इन दिस व्हेन करंट इज पास थ्रू वाटर।
ਜਦੋਂ ਬਿਜਲੀ ਤਾਰਾ ਪ੍ਰਵਾਹਿਤ ਕੀਤੀ ਗਈ, ਇੱਥੇ ਬਿਜਲੀ ਤਾਰਾ ਪਾਣੀ ਵਿੱਚੋਂ ਆਊਗਾ, ਨਹੀਂ ਤਾਂ ਕੁਐਸਚਨ ਗਲਤ ਹੋ ਜਾਣਾ ਜੀ। ਪਾਣੀ ਵਿੱਚੋਂ ਪ੍ਰਵਾਹਿਤ ਕੀਤੀ ਗਈ, ਆ ਲਿਖਿਆ ਪਾਸਿਸ ਥਰੂ ਵਾਟਰ ਦੈਨ ਬਬਲ। ਪਾਣੀ ਦਾ ਫਾਰਮੂਲਾ H2O ਹੁੰਦਾ, ਤਾਂ ਟੁੱਟੂਗਾ ਤਾਂ ਆਕਸੀਜਨ ਤੇ ਹਾਈਡਰੋਜਨ ਮਿਲੂਗੀ। ਠੀਕ ਹੈ, ਸੋ ਜੇ ਪਾਣੀ ਨਹੀਂ ਲਿਖਿਆ ਤਾਂ ਪੰਜਾਬੀ 'ਚ ਕੁਐਸਚਨ ਇਨਕੰਪਲੀਟ ਹੈ ਜੀ, ਗੜਬੜ ਹੋ ਜਾਏਗੀ ਤੁਹਾਡੇ ਕੋਲ। ਕਿਸੇ ਚਾਰਜਿਤ ਵਸਤੂ ਤੋਂ ਚਾਰ ਧਰਤੀ ਵਿੱਚ ਭੇਜਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ? ਆਰਥਿਕ ਕਹਿੰਦੇ ਜੀ, ਭੂ ਸੰਪਰਕ ਕਹਿੰਦੇ ਨੇ। ਠੀਕ ਹੈ ਜੀ, ਸੋ ਜਿਹੜਾ ਹੈਗਾ ਤੁਹਾਡੇ ਕੋਲ ਹਰਜੀਤ ਚੰਨ ਦੀਆਂ ਵੱਖ-ਵੱਖ ਸ਼ਕਲਾਂ ਵੱਲ, ਫੇਜ਼ਿਸ ਆਫ ਮੂਨ ਕਹਿੰਦੇ ਆ ਜੀ ਚੰਨ ਕਲਾਵਾਂ। ਸੋ ਵੱਖ-ਵੱਖ ਸ਼ਕਲਾਂ ਚੰਨ ਦੀਆਂ ਹੁੰਦੀਆਂ ਨੇ ਤੁਹਾਡੇ ਕੋਲ, ਉਹਨੂੰ ਫੇਜ਼ਿਸ ਆਫ ਮੂਨ ਕਹਿੰਦੇ ਆ। ਕਿਹੜੇ ਰਸਾਇਣ ਨਾਲ ਤੁਹਾਡੇ ਪਾਸ ਪਾਣੀ ਸ਼ੁੱਧ ਕੀਤਾ ਜਾਂਦਾ? ਕਲੋਰੀਨ ਹੁੰਦੀ ਹੈ ਜਾਂ ਫਿਰ ਬਲੀਚਿੰਗ ਪਾਊਡਰ ਵੀ ਹੁੰਦਾ? ਬਲੀਚਿੰਗ ਪਾਊਡਰ ਵੀ ਜਦੋਂ ਸਿੱਟੋਗੇ ਤਾਂ ਕਲੋਰੀਨ ਹੀ ਨਿਕਲਣੀ ਹੈ। ਸੋ ਇਹ ਵੀ ਹੋਗਾ। ਅਧਿਆਪਕ ਨੇ ਹੈਲੇ ਧੂਮਕੇਤੂ ਬਾਰੇ ਜਾਣ ਕੇ ਤੇ ਹੈਲੇਸ ਕਮੈਂਟ ਹੁੰਦਾ ਨਾ 76 ਸਾਲ ਬਾਅਦ ਆਉਂਦਾ ਹੁੰਦਾ। ਠੀਕ ਹੈ, ਸੋ 76 ਆਪਸ਼ਨ ਆ ਜਾਏਗੀ ਜੀ, ਧੂਮਕੇਤੂ ਧਰਤੀ ਕੋਲ। ਠੀਕ ਹੋ ਗਿਆ ਜੀ। ਸੋ ਇੱਥੇ ਤੱਕ ਪਹੁੰਚ ਗਏ ਜੀ। ਜੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਰ ਲਓ, ਪੁਰਾਣੇ ਵੀਡੀਓ ਸਾਰੇ ਪਏ ਨੇ ਤੁਹਾਡੇ ਕੋਲ। ਠੀਕ ਹੈ, ਲਾਈਕ ਤਾਂ ਜ਼ਰੂਰ ਕਰ ਦਿਓ, ਕਿਉਂਕਿ 30 ਨੰਬਰ ਤੱਕ ਜਦ ਬੰਦਾ ਪਹੁੰਚ ਜਾਂਦਾ ਫਿਰ ਤਾਂ ਲਾਈਕ ਬਣਦਾ। ਜੇ ਦੂਜੇ ਕੁਐਸਚਨ ਤੇ ਛੱਡ ਗਿਆ ਬੱਚਾ ਫਿਰ ਤਾਂ ਆਪਾਂ ਕਹਿੰਦੇ ਵੀ ਨਹੀਂਗੇ। ਇਸੇ ਕਰਕੇ ਆਪਾਂ ਲਾਸਟ ਵਿੱਚ ਕਹੀਦਾ ਹੁੰਦਾ ਜਾ ਕੇ ਵੀ ਸਬਸਕ੍ਰਾਈਬ ਕਰ ਲਓ, ਕਿਉਂਕਿ ਲਾਸਟ ਵਿੱਚ ਪੜ੍ਹਨ ਵਾਲਾ ਹੀ ਟਿਕਦਾ, ਪਹਿਲੇ ਵਾਲਾ ਤਾਂ ਦੂਜੇ ਤੀਜੇ ਕੁਐਸਚਨ ਤੇ ਭੱਜ ਜਾਂਦਾ ਹੁੰਦਾ ਜਿਹੜਾ ਨਾ ਪੜ੍ਹਨ ਵਾਲਾ ਹੋਵੇ। ਠੀਕ ਹੈ ਜੀ। ਸੋ ਅੱਜ ਤੁਹਾਡੀ ਸਾਇੰਸ ਹੈ ਜਿਹੜੀ 8th ਦੀ ਨੈਸ ਬੁੱਕਲੈਟ ਜਿਹੜੀ ਹੈਗੀ ਹੈ 8th ਨੈਸ ਆਪਾਂ ਨੇ ਫਿਨਿਸ਼ ਕਰ ਦਿੱਤੀ ਹੈ ਜੀ। 10th ਨੈਸ ਆਪਾਂ ਸਟਾਰਟ ਕਰਾਂਗੇ ਜੀ। ਸੋ ਜਿੰਨੇ ਤੁਹਾਡੇ ਭੈਣ ਭਾਈ ਜਾਣਕਾਰ ਹੈਗੇ ਆ ਸਾਰਿਆਂ ਨੂੰ ਤੁਸੀਂ ਇਨਫੋਰਮੇਸ਼ਨ ਦੇ ਦੇਣੀ ਹੈ ਵੀ 10th ਸਾਇੰਸ ਬਹੁਤ ਅੱਛੇ ਤਰੀਕੇ ਨਾਲ ਕਰਨੀ ਹੈ। 10th SS, 10th ਮੈਥ, 10th ਇੰਗਲਿਸ਼, ਤਾਂ ਚੈਨਲ ਤੇ ਜ਼ਰੂਰ ਆ ਜਾਓ। ਠੀਕ ਹੈ ਜੀ, ਥੈਂਕ ਯੂ ਜੀ।